ਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਵਿਰਾਜਿਤ ਰਾਮ ਕੋ ਪ੍ਰਤਾਪ, ਆਦ ਬਿਆਦ ਉਪਾਦ ਸਭ ਨਸੀ। ਬਿਨਸੀ ਤੀਨੈ ਤਾਪ, ਵਿਰਾਜਿਤ ਰਾਮ ਕੋ ਪ੍ਰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਉਪਮਾ ਸਰੂਪ, ਕਿਰਪਾਲੂ ਦਿਆਲੂ, ਅੰਤਰਜਾਮੀ, ਮਹਾਨ ਗਿਆਨ ਦੇ ਸੋਮੇ, ਬਖਸ਼ਿਸ਼ਾਂ ਦੇ ਭੰਡਾਰ, ਕਿਰਪਾ ਦੇ ਖਜ਼ਾਨੇ, ਜਾਗਤ ਜੋਤ, ਰੱਬੀ ਨੂਰ, ਕਲਯੁਗੀ ਜੀਵਾਂ ਦਾ ਉਦਾਰ ਕਰਤਾ, ਸਮੁੱਚੀ ਮਾਨਵਤਾ ਦੇ ਰਹਿਬਰ, ਦੀਨ ਦੁਨੀ ਦੇ ਰਾਖੇ, ਚਬਰ ਤਖਤ ਛਤਰਾਂ ਦੇ ਮਾਲਕ, ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ, ਜੁਗੋ ਹੋ ਜੁਗ ਅਟਲ। ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਮਿਹਰ ਦਾ ਸਦਕਾ ਸਿੱਖ ਕੌਮ ਦੇ ਮਹਾਨ ਸ਼ਹੀਦ ਮਹਾਨ ਜਰਨੈਲ ਸਿੰਘ ਸਾਹਿਬ, ਧੰਨ 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 ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ, ਕੌਮ ਦੇ ਮਹਾਨ ਸ਼ਹੀਦਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਨਿਵਾਜੀ ਹੋਈ ਪਾਵਨ ਧਰਤੀ ਤੇ ਆਪ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਅੰਦਰ ਦੂਰੋਂ ਨੇੜੋਂ ਚੱਲ ਕੇ ਸਾਹਿਬ ਦੇ ਚਰਨਾਂ ਦੇ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਪਾਤਸ਼ਾਹ ਦੇ ਆਪ ਜੀ ਨੇ ਦਰਸ਼ਨ ਦੀਦਾਰ ਕੀਤੇ। ਰੱਬੀ ਗੁਰਬਾਣੀ ਦੇ ਜਾਪ, ਨਿਤਨੇਮ, ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਦੇ ਕੀਰਤਨ ਦਾ ਰਾਗੀ ਸਾਹਿਬਾਨਾਂ ਦੇ ਪਾਸੋਂ ਆਪ ਜੀ ਆਨੰਦ ਮਾਣ ਰਹੇ ਸੀ। ਔਰ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਬੜੇ ਲੰਬੇ ਸਮੇਂ ਤੋਂ ਸ਼ਹੀਦਾਂ ਦੇ ਪਾਵਨ ਸਥਾਨ ਤੇ ਚੱਲ ਰਹੀ ਲੜੀਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ, ਜੋ ਆਪ ਜੀ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਜਾਂ ਲਾਈਵ ਦੁਆਰਾ ਘਰਾਂ ਦੇ ਵਿੱਚ ਸਰਵਣ ਕਰਦੇ ਹੋ। ਆਓ ਸਤਿਗੁਰੂ ਪਾਤਸ਼ਾਹ ਦੇ ਸਿਧਾਂਤ ਦੇ ਨਾਲ, ਸ਼ਬਦ ਦੇ ਨਾਲ, ਗੁਰਮਤਿ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਕੇ ਮਨ ਦੀ ਇਕਾਗਰਤਾ ਬਖਸ਼ਿਸ਼ ਕਰਕੇ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਗੁਰਬਾਣੀ ਅਗਾਧ ਬੋਧ ਹੈ, ਬੁੱਧੀ ਦਾ ਦਾਇਰਾ ਛੋਟਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਵਰਤਾਉਣ ਆਓ। ਜੋ ਅੱਜ ਦੇ ਸਿਧਾਂਤ ਦੇ ਵਿੱਚ ਸਾਹਿਬ ਨੇ ਆਪਣੇ ਸਾਰਿਆਂ ਦੇ ਉੱਤੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ, ਪਾਵਨ ਸ਼ਬਦ ਨੂੰ ਆਪਾਂ ਸਰਵਣ ਕਰੀਏ। ਆਰੰਭਤਾ ਤੋਂ ਪਹਿਲਾਂ ਆਪ ਜੀ ਜਿੱਥੇ ਜਿੱਥੇ ਵੀ ਸੇਵਾ ਨਿਭਾ ਰਹੇ ਹੋ, ਗੁਰੂ ਚਰਨਾਂ ਦੇ ਵਿੱਚ ਜਿੱਥੇ ਵੀ ਜੁੜ ਮਿਲ ਬੈਠੇ ਹੋ,
ਮਨ ਬਿਰਤੀ ਇਕਾਗਰ ਕਰਕੇ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ। ਉਚਾਰਨ ਕਰੋ ਜੀ ਸਤਨਾਮ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਅੰਦਰ ਮਹੱਲਾ ਕਹਿੰਦੇ ਨੇ ਸਰੂਪ ਨੂੰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਸ਼ਾਂਤੀ ਦੇ ਪੁੰਜ ਤਤੀਆਂ ਤਵੀਆਂ ਦੇ ਉੱਤੇ ਬੈਠਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪ੍ਰਤੀ ਭੱਟ ਸਾਹਿਬਾਨ ਕਹਿੰਦੇ ਨੇ ਧਰਨ ਗਗਨ ਨਵਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਰੱਬੀ ਤੇ ਪਾਵਨ ਬੋਲ ਸਰਵਣ ਕਰੀਏ ਜੀ। ਵਿਰਾਜਤਾ ਰਾਮ ਕੋ ਪ੍ਰਤਾਪ। ਇਸ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ। ਪਰਮਾਤਮਾ ਦੇ ਨਾਮ ਦੇ ਪ੍ਰਤਾਪ ਨੂੰ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਵਰਤਾਉਂਦੇ ਹੋਏ ਇਹ ਬਚਨ ਕੀਤਾ। ਮਹਾਰਾਜ ਕਹਿੰਦੇ ਬਿਰਾਜਤ ਰਾਮ ਕੋ ਪ੍ਰਤਾਪ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਿਰਾਜਤ ਕਹਿੰਦੇ ਨੇ ਨਿਵਾਸ ਨੂੰ, ਟਿਕਾਉ ਨੂੰ। ਪਰਮਾਤਮਾ ਦਾ ਨਾਮ ਜਿਸ ਗੁਰਮੁਖ ਦੇ ਹਿਰਦੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਪਵਿੱਤਰ ਸ਼ਬਦ ਲੈ ਲਈਏ, ਗੱਲ ਸੌਖੀ ਸਮਝ ਆਏਗੀ। ਦੇਖੋ, ਜਦੋਂ ਗੁਰਬਾਣੀ ਨੂੰ ਗੁਰਬਾਣੀ ਦੇ ਸ਼ਬਦ ਦੁਆਰਾ ਤੁਸੀਂ ਖੋਲ੍ਹਣ ਦਾ ਯਤਨ ਕਰੋਗੇ ਨਾ, ਉਹਦੇ ਵਿੱਚ ਆਨੰਦ ਵੀ ਵੱਖਰਾ ਵਰਤਦਾ ਹੈ ਔਰ ਸ਼ਬਦ ਦੀ ਸਮਝ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੌਖੀ ਪੈ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਬਿਰਾਜਤ ਰਾਮ ਕੋ ਪ੍ਰਤਾਪ, ਵੀ ਜਿਸ ਗੁਰਮੁਖ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦਾ ਟਿਕਾਅ ਹੋ ਗਿਆ, ਨਿਵਾਸ ਹੋ ਗਿਆ, ਜਿਸ ਗੁਰਮੁਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਹੈ, ਜਿਹਦੇ ਵਿੱਚ 57 ਸ਼ਲੋਕ ਨੇ, 59 ਸ਼ਬਦ ਹੈ ਔਰ 31ਵਾਂ ਜੈਜਵੰਤੀ ਦਾ ਰਾਗ ਹੈ। ਜਿਹੜੇ ਆਪਾਂ 57 ਸ਼ਲੋਕ ਜਿਹਨੂੰ ਭੋਗ ਦੇ ਸ਼ਲੋਕ ਕਹੇ ਜਾਂਦੇ ਆ ਨਾ, ਜੋ ਸਮਾਪਤੀ ਦਾ ਸਤਿਗੁਰੂ ਪਾਤਸ਼ਾਹ ਦਾ ਪਵਿੱਤਰ ਸ਼ਬਦ ਆ, ਸਭ ਤੋਂ ਲਾਸਟ ਵਾਲੇ ਸ਼ਲੋਕ ਦੇ ਵਿੱਚ ਸਾਹਿਬ ਜ਼ਿਕਰ ਕਰਦੇ ਨੇ। ਮਹਾਰਾਜ ਕਹਿੰਦੇ ਨੇ ਰਾਮ ਨਾਮ ਉਰ ਮਹਿ ਗਹਿਓ। ਰਾਮ ਕਹਿੰਦੇ ਨੇ ਉਸ ਰਮੇ ਹੋਏ ਪਰਮਾਤਮਾ ਨੂੰ ਧਿਆਨ ਇੱਥੇ ਰੱਖਣਾ। ਗੁਰੂ ਅਰਜਨ ਦੇਵ ਮਹਾਰਾਜ ਨੇ ਆਰੰਭਤਾ ਦੇ ਵਿੱਚ ਪਵਿੱਤਰ ਸ਼ਬਦ ਵਰਤਿਆ, ਬਿਰਾਜਤ ਰਾਮ ਕੋ ਪ੍ਰਤਾਪ। ਜਿਸ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਏ, ਜਿਸ ਗੁਰਮੁਖ ਨੇ ਉਸ ਪਰਮਾਤਮਾ ਨੂੰ ਜਪ ਕੇ ਨਾ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਰਾਮ ਨਾਮ ਉਰ ਮਹਿ ਗਇਓ। ਇੱਥੇ ਰਾਮ ਦਾ ਅਰਥ ਹੈ ਜੀ ਰਮਿਆ ਹੋਇਆ ਪਰਮਾਤਮਾ। ਜਰਰੇ ਜਰਰੇ ਦੇ ਵਿੱਚ ਹਰ ਇੱਕ ਦੇ ਹਿਰਦੇ ਦੇ ਅੰਦਰ, ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਘਟ ਘਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ।
ਜਦ ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਰਾਮ ਨਾਮ ਉਰ ਮੈਂ ਗਹੇ ਉਹ ਜਾਕੈ ਸਮ ਨਹੀਂ ਕੋਏ। ਉਰ ਦਾ ਅਰਥ ਹੈ ਜੀ ਹਿਰਦਾ। ਜਿਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਮੇ ਹੋਏ ਪਰਮਾਤਮਾ ਦਾ ਨਾਮ ਜਿਸ ਗੁਰਮੁਖ ਦੇ ਹਿਰਦੇ ਅੰਦਰ ਨਿਵਾਸ ਕਰ ਗਿਆ, ਜਿਹਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਗਿਆ, ਮਹਾਰਾਜ ਕਹਿੰਦੇ ਨੇ ਰਾਮ ਨਾਮ ਉਰ ਮੈਂ ਗਹਿਓ। ਇੱਥੇ ਉਹਦੀ ਗੱਲ ਕੀਤੀ ਜਾ ਰਹੀ ਹੈ, ਉਸ ਨਾਮ ਦੀ ਜੀ। ਇੱਕ ਤਾਂ ਨਾਮ ਉਹ ਹੁੰਦਾ ਜਿਹੜਾ ਇਨਸਾਨ ਮਨੁੱਖ ਦਾ ਨਾਮ ਹੈ, ਇੱਥੇ ਉਸ ਨਾਮ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ, ਜਿਸ ਨੂੰ ਜਪ ਕੇ ਹਿਰਦੇ ਦੀ ਜਿਹੜੀ ਮੈਲ ਦੂਰ ਹੋ ਜਾਂਦੀ ਹੈ ਜੀ। ਇੱਥੇ ਉਸ ਨਾਮ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨਾਮ ਦਾ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਆ ਜਿਸ ਨਾਮ ਦਾ ਕਰਕੇ ਹੀ ਆ ਸਾਰੀ ਧਰਤੀ ਔਰ ਖੰਡ ਬ੍ਰਹਿਮੰਡ ਜਿਹੜੇ ਵਸੇ ਹੋਏ ਹੈ। ਇੱਥੇ ਉਸ ਨਾਮ ਦੀ ਗੱਲ ਚੱਲ ਰਹੀ ਹੈ ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਸ ਨਾਮ ਨੂੰ ਆ ਧਰਤੀ ਵੀ, ਆਕਾਸ਼ ਵੀ ਔਰ ਜਰਰਾ ਜਰਰਾ ਇਸ ਨਾਮ ਨੂੰ ਜਪ ਰਿਹਾ। ਸਤਿਗੁਰੂ ਕਹਿੰਦੇ ਨੇ, ਧਰਤ ਆਕਾਸ਼ ਪਿਆਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵਹਿ ਰਾਮ। ਸਾਹਿਬ ਜੀ ਕਿਰਪਾ ਕਰਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਬਿਰਾਜਤ ਰਾਮ ਕੋ ਪ੍ਰਤਾਪ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਾਹਮਣੇ ਕੋਈ। ਜਿਸ ਪਰਮਾਤਮਾ ਦੇ ਤੁਲ ਜਿਹਦੇ ਬਰਾਬਰ ਕੁਝ ਵੀ ਨਹੀਂ ਦੁਨੀਆ ਦੇ ਉੱਤੇ, ਤੁਸੀਂ ਕਿਹਦੇ ਨਾਲ ਤੁਲਨਾ ਦਿਓਗੇ ਵੀ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਇਹੋ ਜਿਹਾ। ਦੇਖੋ ਜਿਵੇਂ ਰੱਬੀ ਗੁਰਬਾਣੀ ਵਰਗਾ ਸੰਸਾਰ ਦੇ ਅੰਦਰ ਕੋਈ ਨਹੀਂ ਨਾ, ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤਾਉਂਦੇ ਹੋਏ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਕਹਿਣ ਲੱਗੇ, ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਇਸੇ ਤਰ੍ਹਾਂ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਬਰਾਬਰ, ਉਹਦੇ ਨਾਮ ਦੇ ਬਰਾਬਰ ਵੀ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਨਹੀਂ। ਦੁਨੀਆ ਦਾ ਧਨ ਪਦਾਰਥ ਸਭ ਆਪਣੀ ਜਗ੍ਹਾ ਤੇ ਹੋਏਗਾ, ਪਰ ਪਰਮਾਤਮਾ ਦੇ ਨਾਮ ਦੇ ਤੁਲ ਕੁਝ ਵੀ ਨਹੀਂਗਾ। ਇਹ ਉਹ ਪਰਮਾਤਮਾ ਦਾ ਨਾਮ ਹੈ ਜਿਸ ਪਰਮਾਤਮਾ ਦੇ ਨਾਮ ਨੂੰ ਨਾ ਸਤਿਗੁਰੂ ਕਹਿੰਦੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਜੀ ਕਿਰਪਾ ਕਰਦੇ ਆ, ਮਹਾਰਾਜ ਕਹਿਣ ਲੱਗੇ ਬਿਰਾਜਤ ਰਾਮ ਕੋ ਪ੍ਰਤਾਪ। ਤੇ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੀ ਕਿਰਪਾ ਵਰਤਾਉਂਦੇ ਹੋਏ ਕਹਿੰਦੇ ਨੇ, ਮਹਾਰਾਜ ਕਹਿੰਦੇ, ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ। ਜਿਸ ਪਰਮਾਤਮਾ ਦੇ ਨਾਮ ਦੇ ਤੁਲ ਕੁਝ ਵੀ ਨਹੀਂ ਸੰਸਾਰ ਦੇ ਅੰਦਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾ ਕੇ ਸਮ ਨਹੀਂ ਕੋਏ, ਜਿਹੇ ਸਿਮਰਤ ਸੰਕਟ ਮਿਟੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਬਿਰਾਜਤ ਰਾਮ ਕੋ ਪ੍ਰਤਾਪ। ਜਿਸ ਗੁਰਮੁਖ ਪਿਆਰੇ ਦੇ ਹਿਰਦੇ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਨਿਵਾਸ ਕਰ ਗਿਆ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਗਿਆ। ਦੇਖੋ ਇਨਸਾਨ ਦੇ ਹਿਰਦੇ ਵਿੱਚ ਅੱਜ ਪਰਮਾਤਮਾ ਦਾ ਨਾਮ ਛੇਤੀ ਟਿਕਾ ਕਿਉਂ ਨਹੀਂ ਕਰਦਾਗਾ ਜੀ? ਕਿਉਂਕਿ ਇਹਨੇ ਹਿਰਦੇ ਵਿੱਚ ਪਹਿਲਾਂ ਹੀ ਬੜਾ ਕੁਝ ਆਪਣੇ ਪਰਿਵਾਰ ਦਾ ਮੋਹ, ਪਦਾਰਥਾਂ ਦਾ ਮੋਹ, ਪੁੱਤਰ ਧੀਆਂ ਦਾ ਮੋਹ, ਮਾਇਆ ਦਾ ਮੋਹ ਔਰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਪਹਿਲਾਂ ਹੀ ਇਹਨਾਂ ਕੁਝ ਅੰਦਰ ਭਰੀ ਬੈਠਾ। ਇਹ ਪਰਮਾਤਮਾ ਦਾ ਨਾਮ ਕਿੱਥੇ ਟਿਕਿਆ ਕੇ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਤਰ੍ਹਾਂ ਤਰ੍ਹਾਂ ਦੇ ਰਸਾਂ ਨੂੰ ਪਾਲੀ ਬੈਠਾ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਸ਼ਬਦ ਹੈ ਜੀ। ਸਤਿਗੁਰੂ ਕਹਿੰਦੇ ਨਾ, ਕਹਿਣ ਲੱਗੇ, ਰਸ ਸੋਇਨਾ ਰਸ ਰੂਪਾ ਕਾਮਣ, ਕਾਮਣ ਰਸ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ।
एते रस शरीर के कह घट नाम निवास। कहन लगो इन्ने तां रस पहले ही तू किते तरह तरह का मास का, शराबां का, तरह तरह के पदार्थों का रस, इन्ना कुछ का अंदर ले बैठो, तेनों परमात्मा का नाम तेरे हिरदे विच कित्थे आके टिक जाए, कित्थे वो तेनों परमात्मा के नाम का रस आएगा। पर सतगुरु पातशाह कहते जिस गुरमुख के हिरदे अंदर परमात्मा का नाम टिक गया, गुरु चरणों दे विच आपां आउंदे आ ना, कल्ला ये ना इत्थे सोचिया करो भी चलो जी गए मत्था टेकिया 10 मिनट बैठे ते आ गए। गुरु ग्रंथ साहिब महाराज सच्चे पातशाह दे चरणों दे विच आके जिंदगी का फैसला हुंदा इत्थे जीवन का। असी आपदे परिवार दे वास्ते, पुत्तां धीआं दे वास्ते हर एक वस्तु गुरु चरणों दे विचों मंगदे आ ते गुरु साहब दिंदे भी है, नहीं भी परमात्मा दिंदा नहीं। ते महाराज दे कोले आके कदे आपदे वास्ते भी मंगया करो। इत्थे आके मंगना की है जी, सब तो जिहड़ी अमोल वस्तु है सतगुरु पातशाह कहंदे मांगना मांगण नीका हर जस गुर ते। मांगना नीका कहंदे ने चंगे नूं, कहंदे परमात्मा दा जस मंगो, परमात्मा दा नाम वंग। जिस परमात्मा दे नाम ने तेरे नाल निभना है, अंत दे समय जिस परमात्मा दे नाम ने तेरी सहायता करनी है। पातशाह कहंदे जिथे वैदों ना वाई भैणों ना पाई एको सहाई आराम है। कहंदे वो परमात्मा दे नाम ने, उस परमेश्वर ने तेरी सहायता करनी है। और सतगुरु पातशाह दे चरणों दे विच वार वार बेनती करनी, विसर नाही दातार अपना नाम देहो गुण गावां दिन रात। नानक चाहो इहो। ते जे परमात्मा दे नाम तो बिना जिहड़ा कुछ होर मंगदे आ ना जी, कई बार ऐसा हुंदा है इंसान उस चीज़ का थोड़ा समा सुख हटाउंदा फिर दुख रूप धारण कर जाती वो वस्तु। गुरु ग्रंथ साहिब महाराज सच्चे पातशाह तो पूछिए, सतगुरु पातशाह कहंदे ने बिन तुद होर जे मंगड़ा सिर दुखां कै दुख। ते परमात्मा कहंदे मंगना की चाहिए, देहो नाम संतोखिया उतरै मन की भुख। मैनू परमात्मा दा नाम मिल जाए। अकाल पुरख वाहिगुरु सच्चे पातशाह दा नाम मिल जाए। जिस गुरमुख दे हिरदे अंदर परमात्मा दा नाम विराजत राम को प्रताप। जिस गुरमुख प्यारे दे हिरदे अंदर उस अकाल पुरख वाहिगुरु सच्चे पातशाह दा नाम आ गया, जिन्हें परमात्मा नू जप जप के परमात्मा नू सिमरन परमात्मा नू सिमर के उहदे अगे बेनतियां कर करके अपने हिरदे विच परमात्मा दे नाम दा वासा करा लिया, टका करा लिया। ते सतगुरु महाराज सच्चे पातशाह गुरु अर्जुन देव जी फिर उहदे लई पवित्र बचन वरतदे ने। सरवण करिए जी। आद ब्याद उपाद सब नासी बिन से तीन ताप। इत्थे हुण 3 चीज़ां दा जिक्र कर दिता सतगुरु पातशाह ने। आद व्याद उपाद, ये जी दुख रूप ने सतगुरु महाराज सच्चे पातशाह ने इत्थे किरपा कीती। आद कहंदे ने मानसिक रोग हुंदा जिहड़ा इंसान नूं, मनुख नूं जिहड़ा रोग लग जांदा ना, वो देखण नूं भावें तुरिया फिरदा रहिंदा पर उहदा चेहरा मुरझाया, अंदरों जिहनूं कह दिंदे ने ये अंदरले रोगां दी गल कीती होई है। पातशाह कहंदे आद कहंदे ने मानसिक रोग नूं, व्याध हुंदा सरीरक रोग, उपाद कहंदे ने उपाधियां, छल कपट उपद्र। इस तरह के जिहड़े रोग ने ये 3 रोग ने नहीं जी। जिस इंसान नूं ये 3 रोग लग गए उहदे कोले भावें जिन्नी मर्जी माया होवे, जिन्ना मर्जी धन पदार्थ होवे, पर आ जिहड़े रोग ने इस रोग का किसी भी डॉक्टर कोले दुनियावी बंदे कोले इहदा कोई हल नहीं भी इंसान नूं ठीक कर दे। जिन्हों मानसिक रोग लग जाए, जिहदे बंदे दे अंदर छल कपट होवे, तुसीं ओहदा किवें इलाज करा लोगे। एक इंसान नूं तां बाहरों शरीर दे उत्ते चलो कोई सट लगी होवे, जख्म होवे, वो तां दिखाया जा सकदा है। ते जिहदे अंदर रोग होवे, जिहदे अंदर कोई सट फिट अंदर दुख लग गया, वो डॉक्टर भी नहीं देख सकता, वो तां अक्सरां दे विच भी नहीं आउंदा गा जी।
पर आ ਜਿਹੜੇ ਤਿੰਨ ਤਾਪ ਨੇ, ਤਿੰਨ ਰੋਗ ਨੇ, ਇਹਦਾ ਇੱਕੋ ਇੱਕ ਹੀ ਵੈਦ ਆ, ਇਹਦਾ ਇੱਕੋ ਇੱਕ ਹੀ ਡਾਕਟਰ, ਉਹ ਹੈ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਤੇ ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੈ ਜਮ ਕੀ ਫੰਦਾ। ਉਹ ਜਮਾਂ ਦੀਆਂ ਫੰਦੀਆਂ ਵੀ ਕੱਢਦਾ, ਅੰਦਰ ਜਿਹੜੇ ਵੱਡੇ ਰੋਗ ਲੱਗੇ ਨੇ ਉਹਨਾਂ ਰੋਗਾਂ ਨੂੰ ਵੀ ਖਤਮ ਕਰ ਦਿੰਦਾ ਹੈ। ਇਹ ਉਹਨਾਂ ਦਾ ਰੋਗ ਖਤਮ ਹੁੰਦਾ ਜਿਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਪ੍ਰਤੀ ਸ਼ਰਧਾ ਬਣ ਜਾਏ, ਭਾਵਨਾ ਬਣ ਜਾਏ, ਅੰਦਰ ਪ੍ਰਮਾਤਮਾ ਦਾ ਨਾਮ ਆ ਜਾਏ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਦ ਵਿਆਦ ਉਪਾਦ ਸਭ ਨਾਸੀ, ਬਿਨਸੈ ਤੀਨੇ ਤਾਪ। ਉਹ ਬਿਨਸੇ ਦਾ ਅਰਥ ਹੁੰਦਾ ਜੀ ਖਤਮ ਹੋ ਜਾ, ਜਿਹਨੂੰ ਸਤਿਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗੜ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ। ਹੁਣ ਅਰਦਾਸ ਕੀ ਹੈ ਜੀ? ਅਰਦਾਸ ਕੋਈ ਇਹ ਨਹੀਂ ਵੀ ਸ਼ਬਦਾਂ ਦਾ ਸ਼ਿੰਗਾਰ ਨਹੀਂ, ਵੀ ਚਾਰ ਅੱਖਰ ਵੱਧ ਲਾ ਦਿੱਤੇ ਵੀ ਅਰਦਾਸ ਬੜੀ ਵਧੀਆ ਹੋ ਗਈ। ਅਰਦਾਸ ਅਸਲ ਦੇ ਵਿੱਚ ਹਿਰਦੇ ਦੀ ਬੇਬਲਤਾ ਹੈ। ਅਰਦਾਸ ਕਹਿੰਦੇ ਨੇ ਉਸ ਪਰਮਾਤਮਾ ਦੀ ਯਾਦ ਨੂੰ, ਉਹਨੂੰ ਵਾਰ-ਵਾਰ ਯਾਦ ਕਰੀ ਜਾਣਾ, ਉਹਨੂੰ ਸਿਮਰੀ ਜਾਣਾ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣਾ ਕਬਹੂ ਕੈ ਸੁਣੈ ਪੁਕਾਰ। ਜਿਸ ਦਿਨ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪੁਕਾਰ ਸੁਣਦਾ, ਉਹਦਾ ਨਾਮ ਹਿਰਦੇ ਵਿੱਚ ਆ ਜਾਂਦਾ ਹੈ। ਤੇ ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਗਿਆ, ਫਿਰ ਉੱਥੇ ਦੁੱਖ ਰੋਗ ਦੀ ਕੋਈ ਗੱਲ ਹੀ ਨਹੀਂ ਰਹਿੰਦੀ ਗੀ। ਇਹ ਦੁੱਖ ਲੱਗਦੇ ਕਦੋਂ ਨੇ ਜੀ ਇਨਸਾਨ ਨੂੰ? ਜਦੋਂ ਇਨਸਾਨ ਪਰਮਾਤਮਾ ਨੂੰ ਭੁੱਲ ਜਾਂਦਾ। ਮੈਂ ਆਪਣੇ ਕੋਲੋਂ ਕੁਝ ਨਹੀਂ ਕਹਾਂਗਾ, ਗੁਰਬਾਣੀ ਕਹਿ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਰੱਬ ਨੂੰ ਭੁੱਲ ਕੇ ਜੀ ਰੋਗ ਹੀ ਰੋਗ ਹੈ। ਤੇ ਜਿਹੜਾ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਜਿਹੜਾ ਯਾਦ ਬਣਾਈ ਰੱਖਦਾ ਹੈ ਨਾ, ਉਸ ਇਨਸਾਨ ਤੇ ਭਾਵੇਂ ਫਿਰ ਦੁੱਖ ਵੀ ਆ ਜਾਏ, ਫਿਰ ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾਗਾ। ਜਿਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਪਰਮਾਤਮਾ ਦੇ ਨਾਮ ਦੀ ਇੱਥੇ ਵਿਚਾਰ ਚੱਲ ਰਹੀ ਹੈ। ਸਤਿਗੁਰੂ ਕਹਿੰਦੇ ਭਲਿਆ ਇਹ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਹੈ। ਇਹ ਜਿਹੜੇ ਅੰਦਰਲੇ ਜਿਹੜੇ ਰੋਗ ਨੇ ਨਾ, ਦੁੱਖ ਦੇ, ਪਾਤਸ਼ਾਹ ਕਹਿੰਦੇ ਇਹਨੂੰ ਪਰਮਾਤਮਾ ਦਾ ਨਾਮ ਰੱਬੀ ਗੁਰਬਾਣੀ ਨੇ ਹੀ ਇਹਨੂੰ ਖਤਮ ਕਰਨਾ ਅੰਦਰੋਂ। ਇਹਨਾਂ ਰੋਗਾਂ ਨੂੰ ਪਰਮਾਤਮਾ ਦਾ ਨਾਮ ਰੱਬੀ ਗੁਰਬਾਣੀ ਹੀ ਇਹਨਾਂ ਰੋਗਾਂ ਦਾ ਖਾਤਮਾ ਕਰੇਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਕਿਰਪਾ ਵਰਤਾਈ ਜੀ। ਸਤਿਗੁਰੂ ਕਹਿੰਦੇ ਨੇ ਆਦ ਵਿਆਦ ਉਪਾਦ ਸਭ ਨਾਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਸਾਰੇ ਜਿਹੜੇ ਰੋਗ ਨੇ ਇਹ ਗੁਰਬਾਣੀ ਸੁਣਨ ਦੇ ਨਾਲ, ਪਰਮਾਤਮਾ ਦਾ ਨਾਮ ਜਪਣ ਦੇ ਨਾਲ। ਡਾਕਟਰ ਵਾਸੂ ਭਾਰਦਵਾਜ ਹੋਇਆ ਨਾ, ਬਲੱਡ ਕੈਂਸਰ ਸੀ ਜੀ, ਜੋ ਅਮਰੀਕਾ ਦੀ ਸਭ ਤੋਂ ਵੱਡੀ ਨਾਸਾ ਜਿਹੜੀ ਕੰਪਨੀ ਬਣੀ ਹੋਈ ਹੈ ਨਾ, ਉਹਦਾ ਡਾਕਟਰ ਸੀ। ਇਹਨੇ ਅਮਰੀਕਾ ਵਰਗੇ ਡਾਕਟਰਾਂ ਤੋਂ ਸਭ ਤੋਂ ਇਲਾਜ ਕਰਾ ਲਿਆ। ਉਹ ਕਹਿੰਦੇ ਜੀ ਵੀ ਇਹਦੀ ਮੌਤ ਹੈ, ਕੈਂਸਰ ਦਾ ਇਲਾਜ ਹੀ ਕੋਈ ਨਹੀਂਗਾ, ਕਿਉਂਕਿ ਬਲੱਡ ਕੈਂਸਰ ਹੋ ਚੁੱਕਿਆ। ਤੁਰਦਾ ਸੀ, ਹੱਡੀਆਂ ਜਿਵੇਂ ਬੋਦੀ ਲੱਕੜ ਟੁੱਟ ਜਾਂਦੀ ਉਹ ਟੁੱਟਦੀ ਸੀ ਹੱਡੀ। ਜਿਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਰਮੰਦਰ ਸਾਹਿਬ ਲੈ ਕੇ ਆਏ ਹੈ, ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤਾ। ਗੁਰਮੁਖੋ ਜਿਸ ਦਿਨ ਮੱਧ ਵਾਲਾ ਦਿਨ ਸੀ ਨਾ, ਮੱਧ ਵਾਲੀ ਰਾਤ ਨੂੰ 10 ਤੋਂ 12 ਜਿਹੜੀ ਗ੍ਰੰਥੀ ਸਿੰਘ ਜਦੋਂ ਡਿਊਟੀ ਲਾ ਕੇ ਉੱਠੇ ਆ, ਉਹਨੇ ਆਪ ਇਸ ਗੱਲ ਨੂੰ, ਮਸਕੀਨ ਸਾਹਿਬ ਜੀ ਨੇ ਵੀ ਇਸ ਗੱਲ ਨੂੰ ਬੋਲਿਆ ਸੀ ਜੀ। 2006 ਦੇ ਵਿੱਚ ਉਹਨਾਂ ਨੇ ਬੋਲਿਆ, ਸਟੇਜ ਦੇ ਉੱਤੋਂ ਬੋਲਦੇ ਰਹੇ। ਉਹਨਾਂ ਦੀਆਂ ਵੀਡੀਓ ਵੀ ਬਹੁਤ ਪਈਆਂ ਨੇ, ਔਰ ਤੁਸੀਂ ਨੈਟ ਤੋਂ ਸਰਚ ਕਰੋ, ਉੱਥੋਂ ਵੀ ਮਿਲ ਜਾਂਦੀ ਹੈ। ਗੁਰਮੁਖੋ
ਕਹਿਣ ਲੱਗੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਲਟਾਇਆ ਉਸ ਸਟਰੇਚਰ ਤੇ ਪਾ ਕੇ ਉਹਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚੋਂ ਇੱਕ ਐਸੀ ਜੋਤ ਨਿਕਲੀ ਜੀ ਜਿਹੜੀ ਸਰੀਰ ਨੂੰ ਛੂਹੀ ਹੈ ਨਾ, ਸਰੀਰ ਦੇ ਵਿੱਚ ਇੱਕ ਦਿਨ ਇਹੋ ਜੀ ਕਹਿੰਦੇ ਵੀ ਤਾਕਤ ਪੈਦਾ ਹੋ ਗਈ, ਅੰਦਰੋਂ ਜੀ ਕੀਤਾ ਵੀ ਮੈਂ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਾਂ। ਉਹਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਔਰ ਜਿਹੜੇ ਵੱਡੇ ਵੱਡੇ ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਸੀ ਵੀ ਇਹਦਾ ਇਲਾਜ ਹੀ ਕਿਤੋਂ ਨਹੀਂ, ਮੇਰੇ ਪਾਤਸ਼ਾਹ ਦੇ ਘਰ ਦੇ ਵਿੱਚ ਰੋਗ ਕੱਟਿਆ ਗਿਆ। ਦੇਖੋ ਜੀ, ਦੁਨੀਆ ਦੇ ਵਿੱਚ ਇਨਸਾਨ ਕਈ ਵਾਰ ਵੱਡੇ ਸੰਕਟ ਦੇ ਵਿੱਚ, ਦੁੱਖ ਦੇ ਵਿੱਚ ਆ ਜਾਂਦਾ ਹੈ, ਦੁਨੀਆ ਦੇ ਲੋਕ ਪਾਸਾ ਵੱਟ ਜਾਂਦੇ ਨੇ। ਜਦੋਂ ਇਹਦੇ ਘਰ ਦੇ ਵਿੱਚ ਕੋਈ ਆ ਕੇ ਫਰਿਆਦ ਕਰਦਾ ਨਾ, ਇਹਦੇ ਚਰਨਾਂ ਦੇ ਵਿੱਚ ਆ ਕੇ ਜੁੜ ਜਾਂਦਾ ਹੈ, ਫਿਰ ਐਸੀ ਕਿਰਪਾ ਵਰਤਾ ਦਿੰਦਾ ਜੀ। ਦੁਨੀਆ ਦੇ ਲੋਕ ਭਾਵੇਂ ਇੱਕ ਪਾਸੇ ਹੋ ਜਾਣ, ਜਿਹਦੇ ਵਾਲੇ ਪਾਰ ਬ੍ਰਹਮ ਪਰਮੇਸ਼ਰ ਰੱਬ ਆਪ ਖੜਾ ਹੋਵੇ, ਦੁਨੀਆ ਦੇ ਲੋਕ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇਗੇ। ਗੱਲ ਹੈ ਪਰਮਾਤਮਾ ਦੇ ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਜੀ। ਜਿਹਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋਵੇ, ਤਰ੍ਹਾਂ ਤਰ੍ਹਾਂ ਦੇ ਦੁੱਖ ਰੋਗ ਉਸ ਇਨਸਾਨ ਦਾ ਕੁਝ ਵੀ ਨਹੀਂ ਵਿਗਾੜ ਸਕਦੇ। ਪਾਤਸ਼ਾਹ ਕਹਿੰਦੇ ਇਹ ਜਿਹੜੇ ਰੋਗ ਨੇ ਨਾ, ਇਹ ਪਰਮਾਤਮਾ ਦੇ ਨਾਮ ਦੁਆਰਾ ਹੀ ਇਹਨਾਂ ਨੇ ਖਤਮ ਹੋਣਾ, ਇਹਨਾਂ ਨੇ ਦੂਰ ਹੋਣਾ। ਤੇ ਜਿਸ ਦਿਨ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਿਆ, ਅੰਦਰ ਮਨ ਦੇ ਅੰਦਰ ਹਿਰਦੇ ਵਿੱਚ ਸ਼ਾਂਤੀ ਆ ਗਈ, ਸਾਰੇ ਜਿੰਨੇ ਦੁੱਖ ਰੋਗ ਸਨ ਉਹ ਨਾਸ ਹੋ ਗਏ। ਤੇ ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਲ ਆ ਵੀ ਕਿਰਪਾ ਵਰਤ ਗਈ ਜੀ। ਸਰਵਣ ਕਰੀਏ ਜੀ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ। ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ, ਚੁਕੇ ਸੋਗ ਸੰਤਾਪ। ਇਹਦੇ ਵਿੱਚ ਹੁਣ ਸਤਿਗੁਰੂ ਪਾਤਸ਼ਾਹ ਨੇ ਇੱਥੇ ਤਿੰਨ ਚੀਜ਼ਾਂ ਫੇਰ ਵਰਤੀਆਂ ਨੇ। ਇੱਕ ਤ੍ਰਿਸ਼ਨਾ, ਔਰ ਦੂਸਰੀ ਹੈ ਜੀ ਆਸ, ਤੇ ਤੀਸਰੀ ਗੱਲ ਇੱਥੇ ਸੰਤਾਪ ਫੇਰ ਵਰਤਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਸਤਿਗੁਰੂ ਕਹਿੰਦੇ ਨਾ, ਉਸ ਇਨਸਾਨ ਦੇ ਹਿਰਦੇ ਦੀਆਂ ਤ੍ਰਿਸ਼ਨਾ ਖਤਮ ਹੋ ਗਈਆਂ। ਨਹੀਂ ਤਾਂ ਜਿਹੜੀ ਇਹ ਤ੍ਰਿਸ਼ਨਾ ਹੈ ਨਾ ਜੀ, ਹਰ ਇੱਕ ਦੀ ਮਰਨ ਤੋਂ ਬਾਅਦ ਵੀ ਕਈ ਵਾਰ ਤ੍ਰਿਸ਼ਨਾ ਰਹਿ ਜਾਂਦੀ ਹੈ ਇਨਸਾਨ ਦੀ। ਜਦੋਂ ਮਰ ਜਾਂਦਾ ਹੈ ਤ੍ਰਿਸ਼ਨਾ ਉਦੋਂ ਵੀ ਨਹੀਂ ਮਿਟਦੀ ਗੀ। ਆ ਜਿਹੜਾ ਆਵਾਗਾਉਣ ਦਾ ਚੱਕਰ ਹੈ ਜਨਮ ਮਰਨ ਦਾ ਨਾ, ਹਿਰਦੇ ਵਿੱਚ ਇਨਸਾਨ ਦੇ ਤ੍ਰਿਸ਼ਨਾ ਰਹਿ ਜਾਏ। ਇੱਥੇ ਤ੍ਰਿਸ਼ਨਾ ਦਾ ਅਰਥ ਕੋਈ ਈਰਖਾ ਨਹੀਂ, ਤ੍ਰਿਸ਼ਨਾ ਉਹਨੂੰ ਕਹਿੰਦੇ ਨੇ ਇਨਸਾਨ ਦੇ ਕੋਲੇ। ਦੇਖੋ ਜੇ ਹਜ਼ਾਰਾਂ ਤਾਂ ਉਹ ਕਹਿੰਦਾ ਮੇਰੇ ਕੋਲੇ 2 ਹੋਵੇ, 2 ਵਾਲਾ ਕਹਿੰਦਾ 4 ਹੋਵੇ। ਹਰ ਇੱਕ ਚੀਜ਼ ਨੂੰ ਇਹ ਅਪਣਾਉਣ ਦਾ ਯਤਨ ਕਰਦਾ ਵੀ ਆ ਵੀ ਮੇਰੇ ਕੋਲੇ ਆ ਜਾਏ, ਆ ਵੀ ਆ ਜਾਏ, ਮੈਂ ਇਸ ਸੁੱਖ ਦਾ ਵੀ ਆਨੰਦ ਲਵਾਂ, ਆ ਵੀ ਮੈਂ ਸੁੱਖ ਆਰਾਮ ਹੰਡਾਵਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ। ਹਰ ਇੱਕ ਦੀ ਨਹੀਂ, ਕਿਸੇ ਵਿਰਲੇ ਇਨਸਾਨ ਦੀ ਤ੍ਰਿਸ਼ਨਾ ਬੁਝਦੀ ਹੈ। ਪਰ ਮੇਰਾ ਸਾਹਿਬ ਐਸਾ ਹੈ ਜੀ, ਗੁਰੂ ਸਾਹਿਬ ਕਿਰਪਾ ਵਰਤਾ ਦਿੰਦੇ ਨੇ, ਇਨਸਾਨ ਦੇ ਹਿਰਦੇ ਦੀਆਂ ਤ੍ਰਿਸ਼ਨਾ ਵੀ ਖਤਮ ਕਰ ਦਿੰਦੇ ਹੈ। 2 ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਜੀ ਚਿਖਾ, ਤੇ ਦੂਸਰੀ ਹੁੰਦੀ ਹੈ ਤ੍ਰਿਸ਼ਨਾ। ਚਿਖਾ ਦੀ ਇਨਸਾਨ ਤਾਂ ਇੱਕ ਵਾਰ ਇਨਸਾਨ ਨੂੰ ਸੜ ਕੇ ਸਵਾਹ ਕਰ ਦਿੰਦੀ ਹੈ। ਜਿਹੜੀ ਤ੍ਰਿਸ਼ਨਾ ਨਾ, ਤ੍ਰਿਸ਼ਨਾ ਦੀ ਅੱਗ ਹਿਰਦੇ ਵਿੱਚ ਹਰ ਰੋਜ਼ ਇਨਸਾਨ ਦੇ ਲੱਗੀ ਰਹਿੰਦੀ ਹੈ, ਖਤਮ ਨਹੀਂ ਹੁੰਦੀ ਗੀ। ਇਹ ਮਰਨ ਤੋਂ ਬਾਅਦ ਵੀ ਨਹੀਂ ਬੁਝਦੀ। ਆਵਾਗਾਉਣ ਦਾ ਚੱਕਰ ਇਨਸਾਨ ਨੂੰ ਪਿਆਈ ਇਸੇ ਕਰਕੇ ਰਹਿੰਦਾ ਹੈ ਨਾ। ਮਨ ਦੇ ਵਿੱਚ ਤ੍ਰਿਸ਼ਨਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਜੀਦਪੁਰ ਦੇ ਇਲਾਕੇ ਦੇ ਵਿੱਚ ਸਤਿਗੁਰੂ ਗਏ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ। ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਸਤਿਗੁਰੂ ਇੱਧਰ ਜਾਂਦੇ ਆ। ਇੱਥੇ ਇੱਕ ਕਾਣਾ ਤਿੱਤਰ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਕਹਿੰਦੇ ਭਾਈ ਤਿੱਤਰ ਨੂੰ ਫੜ ਕੇ ਲਿਆਓ। ਬਾਦ ਛੱਡ ਦਿੱਤਾ, ਤਿੱਤਰ ਫੜ ਲਿਆਂਦਾ। ਇਹਦਾ ਜਦੋਂ ਇੱਥੇ ਸਤਿਗੁਰਾਂ ਨੇ ਉਧਾਰ ਕੀਤਾ ਨਾ, ਤੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਇੱਕ ਗਰੀਬ ਜਾਨਵਰ ਸੀ, ਇਹਦਾ ਸਤਿਗੁਰੂ ਪਾਤਸ਼ਾਹ ਵੀ ਬਾਜ ਨੂੰ ਤੁਸੀਂ ਮਾਸ ਖਵਾਇਆ ਵੀ। ਮਹਾਰਾਜ ਵੀ ਇਹਦੀ ਗੱਲ ਸਮਝ ਨਹੀਂ ਆਈ ਕੋਈ।
ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਵੀ ਅਸਲ ਦੇ ਵਿੱਚ ਭਾਈ ਇਹ ਕਹਿੰਦੇ ਵੀ ਇਸ ਧਰਤੀ ਦਾ ਰਾਜਾ ਸੀ, ਇਹ ਇੱਥੋਂ ਦਾ, ਇਹਦੀ ਆ ਜ਼ਮੀਨ ਸੀ। ਮਹਾਰਾਜ ਕਹਿੰਦੇ ਮਰ ਤਾਂ ਗਿਆ ਪਰ ਇਹਦੀ ਜਿਹੜੀ ਤ੍ਰਿਸ਼ਨਾ ਸੀ ਉਹ ਨਹੀਂ ਮਰੀਗੀ। ਮਨ ਦੇ ਵਿੱਚ ਇਹ ਤ੍ਰਿਸ਼ਨਾ ਆਸਾ ਰਹਿ ਗਈ ਕਿ ਵੀ ਇਹ ਮੇਰੀ ਜ਼ਮੀਨ ਆ, ਮੈਂ ਇੱਥੇ ਵਾਸਾ ਰੱਖਾਂ। ਕਦੇ ਮਹਾਰਾਜ ਕਹਿੰਦੇ ਇੱਥੇ ਮਰ ਕੇ ਕਦੇ ਸੱਪ ਬਣ ਜਾਂਦਾ, ਕਦੇ ਕੁਝ ਜਾਨਵਰ ਦਾ ਜਨਮ ਲੈਂਦਾ, ਕਦੇ ਕਿਸ ਜੂਨ ਦੇ ਵਿੱਚ ਆ ਜਾਂਦਾ। ਪਾਤਸ਼ਾਹ ਕਹਿੰਦੇ ਹੁਣ ਇਹਨੂੰ ਤਿੱਤਰ ਦਾ ਜਾਮਾ ਮਿਲਿਆ ਹੋਇਆ ਹੈ। ਤੇ ਮਹਾਰਾਜ ਕਹਿੰਦੇ ਇਹ ਵੀ ਇਹਦਾ ਕਹਿੰਦੇ ਛੁਟਕਾਰਾ ਹੁਣ ਤਾਂ ਹੋਣ ਲੱਗਿਆ ਕਿਉਂਕਿ ਇਹ ਬਾਜ ਬਾਣੀਆਂ ਸੀ, ਤਿੱਤਰ ਜੱਟ ਸੀ। ਮਹਾਰਾਜ ਕਹਿੰਦੇ ਇਹਨਾਂ ਦਾ ਕਰਜ਼ਾ ਸੀ। ਜਿਸ ਦਿਨ ਕਹਿਣ ਲੱਗੇ ਵੀ ਆ ਤਿੱਤਰ ਨੇ ਕਹਿੰਦੇ ਆ ਬਾਜ ਤੋਂ ਕਰਜ਼ਾ ਲਿਆ ਸੀਗਾ ਨਾ, ਮਹਾਰਾਜ ਕਹਿੰਦੇ ਅਸੀਂ ਜਾਮਣ ਬਣੇ ਸੀ, ਇਹਨਾਂ ਦੀ ਆ ਜਾਮਣੀ ਇੱਥੇ ਪੂਰੀ ਕਰ ਰਹੇ ਹਾਂ। ਜਾਮਣੀ ਸਾਹਿਬ ਸਥਾਨ ਬਣਿਆ ਹੋਇਆ ਜੀ ਵਜੀਦਪੁਰ। ਤੇ ਪਾਤਸ਼ਾਹ ਕਹਿਣ ਲੱਗੇ ਇਹ ਤ੍ਰਿਸ਼ਨਾ ਦਾ ਕਰਕੇ ਇੱਥੇ ਮਹਾਰਾਜ ਕਹਿੰਦੇ ਕਦੇ ਜਨਮ ਲੈ ਲੈਂਦਾ, ਕਦੇ ਮਰ ਜਾਂਦਾ ਹੈ। ਤੇ ਪਰਮਾਤਮਾ ਦੀ ਬੰਦਗੀ, ਪਰਮੇਸ਼ਰ ਦਾ ਨਾਮ ਨਹੀਂ ਸੀ ਇਹਦੇ ਕੋਲ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਿਲਾਵਲ ਰਾਗ ਦਾ ਸ਼ਬਦ ਹੈ ਜੀ। ਪਾਤਸ਼ਾਹ ਕਹਿੰਦੇ ਦੁਨੀਆ ਦੇ ਵਿੱਚ ਇਨਸਾਨ ਦੀ ਨਿਗਾਹ ਦੇ ਵਿੱਚ ਵੱਡਾ ਕੌਣ ਹੈ? ਅਸੀਂ ਵੱਡਾ ਉਹਨੂੰ ਕਹਿੰਦੇ ਜਿਹਦੇ ਕੋਲੇ ਗੱਡੀ ਵਧੀਆ ਹੋਵੇ, ਚਾਰ ਪੈਸੇ ਜ਼ਿਆਦਾ ਹੁਣ ਆਪਾਂ ਕਹਾਂਗੇ ਵੀ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੁਨੀਆ ਦੇ ਵਿੱਚ ਵੱਡਾ ਉਹ ਹੈ ਜਿਹਦੇ ਕੋਲੇ ਪਰਮਾਤਮਾ ਦਾ ਨਾਮ ਹੈ। ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਆ, ਮਹਾਰਾਜ ਕਹਿਣ ਲੱਗੇ ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਸ ਰਾਮ ਲਿਵਲਾਈ, ਭੂਮੀਆਂ ਭੂਮ ਉੱਪਰ ਨਿਤਲੂਜੈ ਛੋੜ ਚੱਲੈ, ਤ੍ਰਿਸ਼ਨਾ ਨਹੀਂ ਬੁਝੈ। ਪਾਤਸ਼ਾਹ ਕਹਿੰਦੇ ਧਰਤੀ ਨੂੰ ਛੱਡ ਗਿਆ ਪਰ ਅੰਦਰ ਦੀ ਤ੍ਰਿਸ਼ਨਾ ਨਹੀਂ ਬੁਝੀਗੀ। ਮਹਾਰਾਜ ਕਹਿਣ ਲੱਗੇ ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁਝੈ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਹਿੰਦੇ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਕਹਿੰਦੇ ਆ ਜਿਹੜੀ ਹਿਰਦੇ ਦੀ ਤ੍ਰਿਸ਼ਨਾ ਇਹ ਮਿਟਦੀ ਨਹੀਂ, ਖਤਮ ਨਹੀਂ ਹੁੰਦੀ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਪਰਮਾਤਮਾ ਦਾ ਨਾਮ ਜਿਸ ਗੁਰਮੁਖ ਦੇ ਹਿਰਦੇ ਅੰਦਰ ਆ ਜਾਂਦਾ ਹੈ ਨਾ, ਉਹਦੇ ਜਿਹੜੇ ਤਿੰਨ ਤਾਪ ਨੇ ਉਹ ਵੀ ਖਤਮ ਹੋ ਜਾਂਦੇ ਨੇ। ਜਿਹੜੀ ਤ੍ਰਿਸ਼ਨਾ ਹੈ ਪਾਤਸ਼ਾਹ ਕਹਿੰਦੇ ਉਹ ਵੀ ਬੁੱਝ ਜਾਂਦੀ ਹੈ, ਉਹ ਵੀ ਖਤਮ ਹੋ ਜਾਂਦੀ ਹੈ। ਤੇ ਹਿਰਦੇ ਦੀਆਂ ਜਿਹੜੀਆਂ ਆਸਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਚੂਕੇ ਸੋਗ ਸੰਤਾਪ ਜਿਹੜੇ ਹਿਰਦੇ ਵਿੱਚ ਨਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੁੱਖ ਰੋਗ ਹੈ ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਪਾਂ ਪਵਿੱਤਰ ਸ਼ਬਦ ਆਰੰਭ ਕੀਤਾ ਸੀ, ਮੈਂ ਉਹ ਤੁਹਾਡੇ ਨਾਲ ਫਿਰ ਬੇਨਤੀ ਕਰਾਂ, ਇੱਕ ਵਾਰ ਫਿਰ ਖਿਆਲ ਦੇਣਾ। ਮਹਾਰਾਜ ਕਹਿੰਦੇ ਰਾਮ ਨਾਮ ਉਰਮੈ ਗਹੇ, ਉਹ ਜਾ ਕੇ ਸਮ ਨਹੀਂ ਕੋਏ, ਜਿਹੇ ਸਿਮਰਤ ਸੰਕਟ ਮਿਟੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਚੂਕੇ ਸੋਗ ਸੰਤਾਪ ਸਾਰੇ ਦੇ ਸਾਰੇ ਕਲੇਸ਼ ਦੁੱਖ ਖਤਮ ਹੋ ਗਏ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੇ ਸਿਮਰਤ ਸੰਕਟ ਮਿਟੈ, ਜਿਹਦਾ ਸਿਮਰਨ ਕਰਨ ਦੇ ਨਾਲ, ਜਿਹਦੀ ਬੰਦਗੀ ਕਰਨ ਦੇ ਨਾਲ ਸਾਰੇ ਸੰਕਟ ਖਤਮ ਹੋ ਜਾਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਕਤ ਐਸਾ ਆ ਜਾਂਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕਹਿੰਦੇ ਦੀਦਾਰ ਵੀ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮਹਾਰਾਜ ਕਹਿੰਦੇ ਨਾ ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ, ਉਹ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਉਹਦੀ ਬੰਦਗੀ ਕਰਕੇ, ਉਹਦਾ ਸਿਮਰਨ ਕਰਕੇ ਸਭ ਕੁਝ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਤ੍ਰਿਸ਼ਨਾ ਬੁੱਝੀ ਪੂਰਨ ਸਭ ਆਸਾ, ਚੂਕੇ ਸੋਗ ਸੰਤਾਪ ਸਾਰੇ ਦੇ ਸਾਰੇ ਜਿੰਨੇ ਦੁੱਖ ਰੋਗ ਕਲੇਸ਼ ਸਨ ਸਤਿਗੁਰੂ ਮਹਾਰਾਜ ਕਹਿੰਦੇ ਨਾ ਜੀ ਉਹ ਸਾਰੇ ਹੀ ਕਹਿੰਦੇ ਖਤਮ ਹੋ ਜਾਂਦੇ ਹਨ। ਗੁਣ ਗਾਵਤ ਅਚੁੱਤ ਅਵਨਾਸੀ, ਮਨ ਤਨ ਆਤਮ ਤ੍ਰਾਪ। ਮਹਾਰਾਜ ਸੱਚੇ ਪਾਤਸ਼ਾਹ ਤ੍ਰਾਪ ਦਾ ਅਰਥ ਹੈ ਜੀ ਸੰਤੁਸ਼ਟ, ਤ੍ਰਿਪਤ। ਇਨਸਾਨ ਕਹਿੰਦੇ ਨਾ ਜਦੋਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਹਰ ਸਮੇਂ ਕਹਿੰਦੇ ਉਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਅਚੁੱਤ ਅਵਨਾਸੀ, ਜਿਹੜਾ ਵਿਨਾਸ਼ ਤੋਂ ਰਹਿਤ ਆ ਪਰਮਾਤਮਾ, ਅਵਨਾਸੀ, ਉਹਦਾ ਨਾਸ ਨਹੀਂ, ਉਹ ਸਦੀਵ ਰਹਿਣ ਵਾਲਾ ਹੈ। ਕਿਉਂਕਿ ਆੜਾ ਅੱਗੇ ਲੱਗਿਆ ਜੇ ਤਾਂ ਇਹ ਇਕੱਲਾ ਹੋਵੇ ਜੇ ਨਾਸੀ ਹੋਵੇ, ਸ਼ਬਦ ਨਾਸੀ ਦਾ ਅਰਥ ਹੁੰਦਾ ਖਤਮ ਹੋ ਜਾਣਾ, ਪਰ ਇੱਥੇ ਅਵਨਾਸੀ ਹੈ।
ਅਬਨਾਸੀ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਵਿਨਾਸ਼ ਤੋਂ ਰਹਿਤ ਜਦੋਂ ਉਹਦੇ ਕੋਈ ਗੁਣ ਗਾਇਨ ਕਰਦਾ ਹੈ ਨਾ, ਉਹਦੇ ਗੁਣਾਂ ਨੂੰ ਗਾਉਂਦਾ। ਹੁਣ ਪਰਮਾਤਮਾ ਦੇ ਜਿਹੜੇ ਗੁਣ ਕਹਿਣ ਤੋਂ ਭਾਵ ਉਸ ਪਰਮਾਤਮਾ ਦੀ ਪਰਮੇਸ਼ਰ ਦੀ ਬੰਦਗੀ ਕਰਦਾ, ਉਹਦਾ ਸਿਮਰਨ ਕਰਦਾ ਹੈ। ਤੇ ਮਹਾਰਾਜ ਕਹਿੰਦੇ ਮਨ ਤਨ ਆਤਮ ਤ੍ਰਾਪ ਉਹਦੇ ਹਿਰਦੇ ਵਿੱਚ ਕਹਿਣ ਲੱਗੇ ਤਨੋ ਮਨੋ ਆਤਮਿਕ ਆਨੰਦ ਦੇ ਨਾਲ ਉਸ ਇਨਸਾਨ ਦਾ ਜਿਹੜਾ ਮਨ ਹੈ ਨਾ ਤ੍ਰਿਪਤ ਹੋ ਜਾਂਦਾ ਜੀ, ਸੰਤੁਸ਼ਟ ਹੋ ਜਾਂਦਾ ਅੰਦਰੋਂ। ਇਨਸਾਨ ਦੇਖੋ ਕਿਸੇ ਬੰਦੇ ਦੇ ਗੁਣ ਗਾਈ ਜਾਏ, ਮਨ ਦੇ ਵਿੱਚ ਹਰ ਸਮੇਂ ਲੱਗਿਆ ਰਹਿੰਦਾ ਵੀ ਆਪਾਂ ਇਹਦੇ ਗੁਣ ਗੋ, ਉਹ ਕਿਤੇ ਨਾ ਕਿਤੇ ਹਿਲਜੁਲ ਹੁੰਦੀ ਰਹਿੰਦੀ ਹੈ। ਕਿਸੇ ਹੋਰ ਦੇਵੀ ਦੇਵਤੇ ਦੇ ਗੁਣ ਗਾਈ ਜਾਏ, ਉੱਥੇ ਮੈਂ ਇੱਕ ਬੇਨਤੀ ਕਰਾਂ, ਮੈਂ ਕਿਸੇ ਦੇ ਕਿੰਤੂ ਨਹੀਂ ਕਰਦਾ, ਸਮਾਂ ਵੀ ਨੇੜੇ ਹੁੰਦਾ ਜਾਂਦਾ, ਮੈਂ ਬੇਨਤੀ ਸੰਖੇਪ ਰੱਖਾਂਗਾ। ਭਾਈ ਲਹਿਣੇ ਦੇ ਰੂਪ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸਮਾਂ ਕਦੇ ਜਵਾਲਾ ਜੀ, ਕਦੇ ਲਾਟਮ, ਕਦੇ ਕਿਤੇ ਗਏ, ਕਦੇ ਕਿਤੇ ਗਏ, ਫਿਰਦੇ ਤਾਂ ਇੱਕ ਦੇਵੀ ਦੇ ਸਨ ਨਾ। ਪਰ ਜਿਸ ਦਿਨ ਭਾਈ ਸਿੰਘੇ ਦੀ ਸੰਗਤ ਹੋਈ, ਭਾਈ ਜੋਧ ਦੇ ਪਾਸੋਂ ਆਸਾ ਦੀ ਵਾਰ ਦੀ 21ਵੀਂ ਪੌੜੀ ਦਾ ਪਾਠ ਸਰਵਣ ਕੀਤਾ, ਖੰਡੂਰ ਸਾਹਿਬ ਦੀ ਧਰਤੀ ਤੇ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਕਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨੇ ਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਤੇ ਇੱਕ ਵਾਰ ਜੋਗੀਆਂ ਨਾਲ ਸੰਗਤ ਹੋਈ, ਜੋਗੀਆਂ ਤੋਂ ਪੁੱਛਿਆ, ਸਿੱਧਾਂ ਤੋਂ ਪੁੱਛਿਆ, ਕਹਿੰਦੇ ਵੀ ਮੈਂ ਰੋਜ਼ ਦੇਵੀ ਦੇ ਗੁਣਾਂ ਗਾਈ ਜਾਂਦਾ ਰਹਿੰਦਾ ਹੈ ਤੇ ਕਹਿੰਦੇ ਵੀ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ, ਕੋਈ ਇਹਨਾਂ ਤੋਂ ਵੀ ਉੱਤੇ ਹੈ। ਕਹਿੰਦੇ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਉਹਨਾਂ ਦੱਸਿਆ। ਤੇ ਗੁਰਮੁਖੋ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਵਡਿਆਈਆਂ ਸਨ, ਮਹਾਰਾਜ ਦੀ ਬਾਣੀ ਕਹਿੰਦੀ ਹੈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਨਿਆਈ, ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਸੁਣਿਆ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗਏ, ਪਾਤਸ਼ਾਹ ਦੇ ਦਰਸ਼ਨ ਕੀਤੇ, ਦੇ ਦਰਸ਼ਨ ਕਰਕੇ ਇੱਕ ਬੇਨਤੀ ਕੀਤੀ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕਹਿੰਦੇ ਜਿਹੋ ਜਿਹਾ ਮੈਂ ਸੁਣਿਆ ਸੀ ਆਪਣੇ ਕੰਨਾਂ ਦੇ ਨਾਲ ਉਸੇ ਤਰ੍ਹਾਂ ਗੁਰੂ ਨੂੰ ਦੇਖਿਆ। ਤੇ ਭਾਈ ਲਹਿਣੇ ਨੇ ਤਕਰੀਬਨ 7.5 ਸਾਲ ਦੇ ਕਰੀਬ ਗੁਰੂ ਸਾਹਿਬ ਦੀ ਸੰਗਤ ਕੀਤੀ, ਗੁਰੂ ਦਾ ਨਾਮ ਜਪਿਆ, ਗੁਰੂ ਦੀ ਸੰਗਤ ਦੇ ਵਿੱਚ ਰਹੇ, ਸੇਵਾ ਦੇ ਵਿੱਚ ਰਹੇ, ਹੁਕਮ ਮੰਨਦੇ ਰਹੇ। ਉਹਨਾਂ ਦੇ ਗੁਣ ਗਾਉਂਦਿਆਂ ਗਾਉਂਦਿਆਂ ਇੱਕ ਵਕਤ ਐਸਾ ਆਇਆ, ਹਿਰਦੇ ਵਿੱਚ ਕਹਿੰਦੇ ਇੰਨੀ ਕੁ ਸੰਤੁਸ਼ਟੀ ਆ ਗਈ ਨਾ, ਅੰਦਰੋਂ ਇੰਨਾ ਕੁ ਹਿਰਦਾ ਤ੍ਰਿਪਤ ਹੋ ਗਿਆ, ਅੰਦਰ ਪਰਮਾਤਮਾ ਦਾ ਨਾਮ, ਪਰਮੇਸ਼ਰ ਦੇ ਨਾਮ ਤੋਂ ਬਿਨਾ, ਗੁਰੂ ਤੋਂ ਬਿਨਾ ਹੋਰ ਦੂਸਰੀ ਕੋਈ ਗੱਲ ਹੀ ਨਹੀਂ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਐਸੀ ਕਿਰਪਾ ਵਰਤਾਈ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਸਿੰਘਾਸਣ ਤੇ ਸਤਿਗੁਰੂ ਆਪ ਵਿਰਾਜਮਾਨ ਹੁੰਦੇ ਨੇ, ਸਤਿਗੁਰੂ ਪਾਤਸ਼ਾਹ ਨੇ ਉਸ ਤਖਤ ਦੇ ਉੱਤੇ ਵਿਰਾਜਮਾਨ ਕਰਕੇ ਬਚਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਹਿਣੇ ਕੋ ਅੰਗਦ ਕਰ ਦਿਆ। ਕਹਿੰਦੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਣਾ ਦਿੱਤਾ। ਤੇ ਇੱਥੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਕਹਿੰਦੇ ਜੀ ਪੁੱਛਿਆ, ਕਹਿਣ ਲੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਵੀ ਤੁਹਾਡਾ ਵਾਸਾ ਹੁਣ ਕਿੱਥੇ ਹੋਏਗਾ ਜਿਸ ਦਿਨ ਸਾਹਿਬ ਸੱਚੇ ਪਾਤਸ਼ਾਹ ਆਪਣਾ ਆ ਪੰਜ ਭੂਤਕ ਸਰੀਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਛੱਡਣ ਲੱਗੇ ਨੇ। ਤੇ ਮਹਾਰਾਜ ਨੇ ਇੱਕੋ ਬਚਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਲਿਖਦੇ ਆ, ਕਹਿਣ ਲੱਗੇ ਨਾਮ ਬਾਬਾ ਗੋਰ, ਨਾਮ ਬਾਬਾ ਮੜੀ, ਬਾਬਾ ਗੁਰ ਅੰਗਦ ਕੇ ਹੀ ਮੈਂ। ਕਹਿੰਦੇ ਜੇ ਕਿਤੇ ਕਹਿੰਦੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਨਾ, ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹਿਰਦੇ ਅੰਦਰ ਵਸਦੇ ਆ, ਉਹਨਾਂ ਦੇ ਹਿਰਦੇ ਵਿੱਚ ਵਸਦੇ ਨੇ, ਆਪ ਹੀ ਉਹ ਗੁਰੂ ਅੰਗਦ ਦੇਵ ਮਹਾਰਾਜ ਦਾ ਸਰੂਪ ਬਣ ਗਏ। ਗੁਰਮੁਖੋ ਇੱਥੇ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਤਨ ਆਤਮ ਤ੍ਰਾਪ ਤੇ ਹਿਰਦਾ ਕਹਿਣ ਲੱਗੇ ਅਬਨਾਸੀ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਗਾ ਗਾ ਕੇ, ਉਹਦੀ ਬੰਦਗੀ ਕਰਕੇ, ਉਹਦਾ ਸਿਮਰਨ ਕਰਕੇ ਅੰਦਰ ਕਹਿੰਦੇ ਸੰਤੁਸ਼ਟ ਹੋ ਗਿਆ। ਹੁਣ ਕਿਸੇ ਚੀਜ਼ ਦੀ ਵੀ ਕਹਿੰਦੇ ਅੰਦਰ ਭੁੱਖ ਨਹੀਂ ਰਹੇਗੀ। ਕਾਮ ਕ੍ਰੋਧ ਲੋਭ ਮਦ ਮਤ ਸਾਰਾ
ਸਾਧੂ ਕੈ ਸੰਗ ਖਾਪ। ਹੁਣ ਇੱਥੇ ਗੱਲ ਕੀਤੀ ਗਈ ਹੈ ਜੀ ਸਾਧੂ ਦੀ। ਹੁਣ ਸਾਧੂ ਇੱਥੇ ਉਸ ਸੰਤ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਐਸੇ ਗੁਰਮੁਖ ਦੀ, ਐਸੇ ਮਹਾਤਮਾ ਦੀ, ਐਸੇ ਰੱਬ ਦੇ ਪਿਆਰੇ ਸਾਧੂ ਦੀ ਸੰਗਤ ਕਰਕੇ ਨਾ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਹਿਰਦੇ ਵਿੱਚੋਂ ਕਾਮ, ਕ੍ਰੋਧ, ਲੋਭ, ਹੰਕਾਰ, ਕਹਿੰਦੇ ਈਰਖਾ, ਦਵੈਸ਼, ਇਹ ਸਾਰੇ ਜਿਹੜੇ ਦੁੱਖ ਨੇ ਨਾ ਇਹ ਖਤਮ ਹੋ ਜਾਂਦੇ ਨੇ, ਭਾਵ ਨਸ਼ਟ ਹੋ ਜਾਂਦੇ ਹਨ। ਭਗਤ ਵਛਲ ਪੈ ਕਾਟਨ ਹਾਰੇ, ਨਾਨਕ ਕੇ ਮਾਈ ਬਾਪ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਆ, ਕਹਿੰਦੇ ਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਭਗਤਾਂ ਦਾ ਜਿਹੜਾ ਡਰ ਹੈ ਉਹ ਦੂਰ ਕਰ ਦਿੰਦੇ ਨੇ। ਉਸ ਡਰ ਨੂੰ ਹੁਣ ਸਭ ਤੋਂ ਵੱਡਾ ਇਨਸਾਨ ਦੇ ਹਿਰਦੇ ਵਿੱਚ ਡਰ ਕਾਹਦਾ ਜੀ? ਮੌਤ ਦਾ। ਮੌਤ ਤੋਂ ਹੀ ਇਨਸਾਨ ਡਰਦਾ ਨਾ। ਦੇਖੋ ਕਿਸੇ ਬਿਮਾਰੀ ਦਾ ਡਰ ਨਹੀਂ ਹੁੰਦਾਗਾ, ਡਰ ਇਸ ਗੱਲ ਦਾ ਵੀ ਬਿਮਾਰੀ ਲੱਗੀ ਮੌਤ ਨਾ ਹੋ ਜਾਏ। ਡਰ ਐਕਸੀਡੈਂਟ ਦਾ ਨਹੀਂ, ਡਰ ਇਸ ਗੱਲ ਦਾ ਐਕਸੀਡੈਂਟ ਹੋਏਗਾ ਮੌਤ ਹੋ ਜਾਣੀ ਹੈ। ਪਰ ਜਦੋਂ ਪ੍ਰਮਾਤਮਾ ਦਾ ਨਾਮ ਜਦੋਂ ਬੰਦਗੀ ਕੀਤੀ, ਜਪਿਆ ਨਾ, ਫਿਰ ਉਸ ਵਕਤ ਕਹਿੰਦੇ ਮੌਤ ਦਾ ਡਰ ਨਹੀਂ ਰਹਿੰਦਾਗਾ। ਕਿਉਂਕਿ ਫਿਰ ਉਦੋਂ ਇਨਸਾਨ ਸਰੀਰ ਦੇ ਨਾਲ ਨਹੀਂ, ਉਹ ਪਾਰਬ੍ਰਹਮ ਪਰਮੇਸ਼ਰ ਦੇ ਨਾਲ, ਆਤਮਿਕ ਸਰੂਪ ਪ੍ਰਭੂ ਦੇ ਨਾਲ ਜੁੜ ਜਾਂਦਾ ਹੈ। ਡਰ ਤਾਂ ਉਹਨਾਂ ਸਮੇਂ ਨਾ ਜਦ ਤੱਕ ਸਰੀਰ ਦੇ ਨਾਲ ਜੁੜਿਆ ਹੋਇਆ ਹੈ। ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ ਜੀ, ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ। ਸਰੀਰ ਨੂੰ ਹੀ ਦੁੱਖ ਦਿੱਤਾ ਜਾ ਰਿਹਾ ਨਾ, ਆਤਮਾ ਤਾਂ ਅਡੋਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰਾਂ ਦੇ ਸਾਹਮਣੇ 3 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਰੂਹ ਦੇ ਵਿੱਚ ਲਪੇਟ ਕੇ ਸਿਰਫ ਇੱਕ ਸਰੀਰ ਨੂੰ ਹੀ ਸਾੜਿਆ ਜਾ ਰਿਹਾ ਹੈ। ਜਿਹੜੀ ਆਤਮਾ ਉਹ ਤਾਂ ਅੰਦਰੋਂ ਅਡੋਲ ਹੈ ਨਾ, ਉਹ ਡੋਲਦੀ ਨਹੀਂ। ਮੈਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸ਼ਬਦ ਪੜ੍ਹਿਆ ਸੀਗਾ ਨਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਕਹਿਣ ਲੱਗੇ, ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿਉਂਕਿ ਅੰਦਰੋਂ ਜਿਹੜੀ ਆਤਮਾ ਅਡੋਲ ਆ, ਉਹ ਡੋਲਦੀ ਨਹੀਂ। ਇਨਸਾਨ ਡੋਲਦਾ ਉਦੋਂ ਹੈ ਜਦੋਂ ਸਰੀਰ ਦੇ ਨਾਲ ਜੁੜਿਆ ਹੋਵੇ, ਉਦੋਂ ਮੌਤ ਦਾ ਵੀ ਅੰਦਰ ਡਰ ਹੁੰਦਾ ਹੈ। ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਬੰਦਗੀ ਕੀਤੀ, ਉਹ ਤਾਂ ਹਰ ਰੋਜ਼ ਹੀ ਇਹ ਕਹਿੰਦੇ ਨੇ, ਕਬੀਰ ਮੋਹੇ ਮਰਨੇ ਕਾ ਚਾਹੋ ਹੈ, ਮਰੋ ਤਾਂ ਹਰ ਕੈ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਉਹਨਾਂ ਨੂੰ ਡਰ ਨਹੀਂ, ਉਹਨਾਂ ਦੇ ਹਿਰਦੇ ਦੇ ਅੰਦਰ ਜਿਹੜਾ ਭੈ ਹੈ, ਡਰ, ਉਹ ਖਤਮ ਹੋ ਚੁੱਕੇ ਹੈ। ਭਾਈ ਦਿਆਲੇ ਨੂੰ ਪਾਣੀ ਦੀ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਹੈ। ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਜਾ ਰਿਹਾ ਹੈ। ਆਤਮਾ ਅੰਦਰੋਂ ਅਡੋਲ ਹੈ, ਸਿਰਫ ਸਰੀਰ ਨੂੰ ਹੀ ਚੀਰ ਰਹੀ, ਆਤਮਾ ਨੂੰ ਤਾਂ ਨਹੀਂ। ਕਿਉਂਕਿ ਅੰਦਰੋਂ ਜਿਹੜੀ ਆਤਮਾ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਅਡੋਲ ਹੋਈ ਹੈ। ਤੇ ਆ ਜਿਹੜੇ ਦਿਨ ਚੱਲ ਰਹੇ ਨੇ ਜੀ, ਔਰ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੁੱਚੇ ਪਰਿਵਾਰ ਦੇ ਨਾਲ ਜੋ ਕੁਝ ਵਾਪਰਿਆ, ਆਨੰਦਪੁਰ ਸਾਹਿਬ ਛੱਡਿਆ ਗਿਆ, ਸਰਸਾ ਦੇ ਪਰਿਵਾਰ ਵਿਛੜਿਆ, ਸਿਰਫ ਮੈਂ ਅਡੋਲਤਾ ਦੀ ਗੱਲ ਕਰ ਰਹੀ ਹੈ ਤੁਹਾਡੇ ਸਾਹਮਣੇ। ਕੋਈ ਇਹ ਆਪਾਂ ਇਤਿਹਾਸ ਜ਼ਿਆਦਾ ਖੋਲ ਕੇ ਨਹੀਂ, ਸਿਰਫ ਸਤਿਗੁਰੂ ਕਹਿੰਦੇ ਨੇ, ਭਗਤ ਵਛਲ ਪੈ ਕਾਟਨ ਹਾਰੇ। ਉਹ ਪਰਮਾਤਮਾ ਪਾਰਬ੍ਰਹਮ ਪਰਮੇਸ਼ਰ ਦਾ, ਉਹ ਆਪਣੇ ਭਗਤਾਂ ਦੇ, ਪਿਆਰਿਆਂ ਦੇ ਹਰ ਇੱਕ ਡਰ ਨੂੰ ਉਹ ਕੱਟਣ ਵਾਲਾ ਹੈ, ਦੂਰ ਕਰਨ ਵਾਲਾ ਹੈ, ਹਰ ਇੱਕ ਦੁੱਖ ਨੂੰ। ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਇਆ ਹੀ ਇਹ ਹੈ ਜੀ, ਆਦ ਵਿਆਦ ਉਪਾਦ ਸਭ ਨਾਸੀ ਬਿਨਸੇ ਤੀਨੇ ਤਾਪ। ਜਿਹੜੇ 3 ਤਾਪ ਪਹਿਲਾਂ ਉਹ ਖਤਮ, ਉਹਨਾਂ ਦਾ ਡਰ ਖਤਮ ਕੀਤਾ ਗਿਆ, ਉਹਨਾਂ ਨੂੰ ਖਤਮ ਕੀਤਾ। ਹਿਰਦੇ ਵਿੱਚ ਹਰ ਇੱਕ ਤਰ੍ਹਾਂ ਦਾ ਇਨਸਾਨ ਦੇ ਜਿਹੜਾ ਡਰ ਸੀਗਾ ਨਾ ਜੀ, ਉਹ ਖਤਮ ਕਰ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਵਰਤਾਈ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, 7 ਦੇ 9 ਸਾਲ ਦੀ ਉਮਰ ਹੈ
किन्ने डरावे दिते गए। नहीं इंसान ऐसा हुंदा, देखो जी कोई वड्डी शख्सियत होवे, लोकां दा इकट्ठ ज़्यादा होवे जां धरती उन्हां दी होवे, बंदा उत्थों दा प्रभाव छेती कबूल लैंदा है। पर गुरु के पुत्रा ने ना तो वजीर खान का प्रभाव कबूलिया, ना उहदी जगह का उस सरहंद का, ते ना ही जिहड़े इन्ने कचहरी दे विच बैठे उन्हां दा प्रभाव कबूलिया। शरीर नूं दुख जरूर दिता गया, ठंडे बुरज दे विच भी रखिया गया जी। करम सिंह मैं कल भी बेनती की सी संध्या वेले, करम सिंह स्टोरीयन ते गंढा सिंह ने गल लिखी है, कहन लगे ना बच्चों के खमचियां भी मारियां गईयां, पलीते भी जलाए गए उंगलों दे विच रख के, चमड़ी नूं साड़िया गया। इथों कथा गुरु सुतनकी दे विच दुन्ना सिंह हंडूरीए ने इस गल का जिक्र किया कि गलेले भी मारे गए, पर गुरु के लाल अडोल सन, डोले नहीं। इंसान डोलदा उदों है जदों शरीर दे नाल जुड़िया होवे, पर वो शरीर नाल नहीं परमात्मा नाल जुड़े सन, परमेश्वर के नाम दे नाल जुड़े हुए सन। ते सतगुरु महाराज सच्चे पातशाह अपने भगतां दा, रब दे प्यारियां दा, सतगुरु पातशाह कहंदे उन्हां दे हिरदे दा डर है जिहड़ा खत्म कर दिंदा है। उन्हां दे हिरदे विच किसी चीज़ दा डर नहीं रहिंदा। ताई इस घर दे विच सतगुरु पातशाह दे हर रोज़ शब्द पढ़े जाते हैं ना, पै काहों को देत न नह पै मानत आन, कहो नानक सुन रे मना, ज्ञानी ताहे बखान। जां सतगुरु पातशाह की बाणी कहती है, जिन हर निरभाओ जिन हर निरभाओ ते आया जी, तिनका भाओ सब गवासी। सतगुरु पातशाह उन्हां ते किरपा वरताउंदे ने। महाराज कहंदे भगत वछल पै काटन हारे, नानक के माई बाप। सतगुरु पातशाह वो अकाल पुरख वाहिगुरु मेरा पिता, हर जी माता, हर जी पिता, हर जीओ प्रतिपालक, हर जी मेरी सार करे हम हर के। बारक जदों नाम जप के असी गुरु साहब, क्योंकि सानू अपने उन्हें पुत बढ़ाया। पर ब्रह्म परमेश्वर साडी माँ भी है, पिता भी है, भरा भी है, हर एक तरह का सतगुरां ने साडे नाल रिश्ता निभाया। ते पर गुरमुखो जदों परमात्मा का नाम जपदे आ, बंदगी करदे आ, उदों सतगुरु ऐसी किरपा वरताउंदे ने, हिरदे विचों सारे दुखां दा, कलेसां दा और डर दा पैदा सतगुरु पातशाह कहंदे हिरदे विचों नाश हो जांदा। पर ब्रह्म परमेश्वर दे नाम दे विच एडी वड्डी ताकत है। अकाल पुरख वाहिगुरु सच्चे पातशाह किरपा करन, रहमत करन। आओ समय ने अपना पंध मुका लिया, बाकी दी विचार कल अमृत वेले दे दीवान दे विच सांझी करांगे। सतगुरु जी रहमत करन, होईयां तमाम भुल्लां दी खिमा। धन सतगुरु श्री गुरु ग्रंथ साहिब महाराज सच्चे पातशाह शहीद सिंह गुरु की संगत बख्शन जोग है, बख्श लैना। मेरियां भुल्लां गलतियां जाणना चतारनियां इत्थे ही छड्ड दिओ। रब्बी गुरबाणी नूं, गुरमत दी विचार नूं हिरदे अंदर वसाउण दा यतन करना। साहिब साडी तुहाडी हाज़री अपने चरनां अंदर प्रवान करना। आओ जी आनंद साहिब जी का जाप उपरंत अरदास बेनती हुक्मनामा साहिब कड़ा प्रसादी देग वरतेगी। सतगुरु पातशाह के चरनां दियां सारी संगत ने खुशियां लैनियां जी। देहो सजन आसीसड़ियां जो होवै साहिब स्यों मेल। काम क्रोध लोभ मद मत सारा, साधु का संग खाप, भगत वछल पै काटन हारे, नानक के माई बाप। वाहिगुरु जी का खालसा, वाहिगुरु जी की फतेह। रामकली महला तीजा। आनंद एक ओंकार सतगुर प्रसाद। आनंद भया मेरी माए, सतगुरु मैं पाया। सहज सेती मनवदियां बधाइयां। राग रतन परिवार फरिया, शब्द गावन आईया। गावो हरि।